Hello everyone, welcome to our channel. Today we are going to do chapter 7 System of Particles and Rotational Motion of Physics class 11th. ਸੋ ਸਭ ਤੋਂ ਪਹਿਲਾਂ ਹੁਣ ਅਸੀਂ ਇਸ ਚੈਪਟਰ ਦੇ ਵਿੱਚ ਜੋ ਮੋਸਟ ਇੰਪੋਰਟੈਂਟ ਸਟਾਰਟਿੰਗ ਹੈਗੇ ਕਨਸੈਪਟ ਦੈਟ ਇਜ਼ ਸੈਂਟਰ ਆਫ ਮਾਸ। ਹੁਣ ਵਾਟ ਇਜ਼ ਸੈਂਟਰ ਆਫ ਮਾਸ? ਸੈਂਟਰ ਆਫ ਮਾਸ ਕੀ ਹੈ? ਕਹਿੰਦੇ ਦ ਸੈਂਟਰ ਆਫ ਮਾਸ ਆਫ ਅ ਸਿਸਟਮ ਆਫ ਪਾਰਟੀਕਲਸ ਇਜ਼ ਅ ਫਿਕਸਡ ਪੁਆਇੰਟ ਐਟ ਵਿਚ the whole mass of the system may be supposed to be concentrated। बस देखो कहते सिस्टम ऑफ मास की है किसी भी सिस्टम का। हुण सब तो पहला सिस्टम की है, देखो पहला असीं पढ़ते आए हैं पिछले चैप्टर च मोशन इन अ प्लेन या मोशन इन अ स्ट्रेट लाइन, तो कोई भी ऑब्जेक्ट जो है पॉइंट मास है। बट ਹੁਣ ਇਹਦੇ ਵਿੱਚ ਅਸੀਂ ਸਾਰੇ ਹੀ ਆਬਜੈਕਟਸ ਨੂੰ ਕੀ ਲਵਾਂਗੇ? ਪੁਆਇੰਟ ਮਾਸ ਲਵਾਂਗੇ। ਜਸਟ ਐਗਜ਼ਾਮਪਲ ਜਿਵੇਂ ਇਹ ਪੈਨਸਿਲ ਹੈ, ਇਹਦੇ ਵਿੱਚ ਬਹੁਤ ਸਾਰੇ ਪਾਰਟੀਕਲਸ ਹੋਣਗੇ ਛੋਟੇ ਛੋਟੇ, ਤਾਂ ਉਹ ਕੀ ਹੈ? ਇੱਕ ਸਿਸਟਮ ਆਫ ਪਾਰਟੀਕਲਸ ਹੈ। ਇਹ ਪਾਰਟੀਕਲਸ ਦਾ ਕੀ ਹੋ ਗਿਆ? ਇੱਕ ਸਿਸਟਮ ਹੋ ਗਿਆ। ਕਹਿੰਦੇ ਕੋਈ ਵੀ ਸਿਸਟਮ ਆਫ ਪਾਰਟੀਕਲ ਹੈ, ਕੋਈ ਵੀ ਕਹਿੰਦੇ ਪਾਰਟੀਕਲ ਜਿਹੜਾ ਸਿਸਟਮ ਆਫ ਪਾਰਟੀਕਲ ਦੇ ਵਿੱਚ ਕਹਿੰਦੇ ਸੈਂਟਰ ਆਫ ਮਾਸ ਉਹ ਪੁਆਇੰਟ ਹੈ, ਮਤਲਬ ਇਹਦੇ ਵਿੱਚ ਇੱਕ ਉਹ ਚੀਜ਼ ਹੈ, ਉਹ ਜਗ੍ਹਾ ਹੈ ਜਿਹਦੇ ਵਿੱਚ ਸਾਰੀ ਬੋਡੀ ਦਾ ਮਾਸ ਕੰਸਨਟਰੇਟਡ ਹੈ। ਜਸਟ ਐਗਜ਼ਾਮਪਲ ਜਿਵੇਂ ਹਰ ਇੱਕ ਦਾ ਇੱਥੇ ਪੁਆਇੰਟ ਹੋਣਗੇ, ਹਰ ਇੱਕ ਦਾ ਅਲੱਗ-ਅਲੱਗ ਮਾਸ ਹੋਏਗਾ, ਪਰ ਇੱਕ ਇਸ ਪੈਨਸਿਲ ਦੇ ਵਿੱਚ ਇੱਕ ਇਹੋ ਜਿਹਾ ਪੁਆਇੰਟ ਹੋਏਗਾ ਜਿੱਥੇ ਵਿੱਚੋਂ ਸਾਰਾ ਹੀ ਆਲਮੋਸਟ ਬੋਡੀ ਦਾ ਮਾਸ ਉੱਥੇ ਕੰਸਨਟਰੇਟਡ ਹੋਏਗਾ। ਜਿਵੇਂ ਅਸੀਂ ਐਟਮਸ ਵਾਲੇ ਚੈਪਟਰ 'ਚ ਪੜ੍ਹਦੇ ਹਾਂ ਕਿ ਸਾਰਾ ਮਾਸ ਆਲਮੋਸਟ ਇਲੈਕਟ੍ਰੋਨਸ ਵਗੈਰਾ ਜੋ ਵੀ ਇਹ ਵੀ ਮੋਸਟਲੀ ਨਿਊਕਲੀਅਸ ਦੇ ਵਿੱਚ ਹੀ ਕੰਸਨਟਰੇਟਡ ਹੈ, ਸੈਂਟਰ ਦੇ ਵਿੱਚ। ਉਵੇਂ ਹੀ ਇਸ ਤਰੀਕੇ ਦੇ ਨਾਲ ਹੋਏਗਾ, ਮਤਲਬ ਜਿੱਥੋਂ ਅਸੀਂ ਇਸ ਨੂੰ ਬੈਲੈਂਸ ਕਰ ਸਕਦੇ ਹੋਵਾਂਗੇ। ਠੀਕ ਹੈ, ਉਸ ਤਰੀਕੇ ਦੇ ਨਾਲ। ਅਤੇ ਉਹ ਕੀ ਹੁੰਦਾ ਸਾਡਾ? ਸੈਂਟਰ ਆਫ ਮਾਸ। ਅਗਰ ਕੋਈ ਯੂਨੀਫਾਰਮ ਬੋਡੀ ਹੈ ਫਿਰ ਤਾਂ ਉਹਦਾ ਸੈਂਟਰ ਆਫ ਮਾਸ ਕੀ ਹੋਏਗਾ? ਬਿਲਕੁਲ ਸੈਂਟਰ ਦੇ ਵਿੱਚ। ਮੰਨ ਲਓ ਕੋਈ ਐਵੇਂ ਸਕੁਆਇਰ ਹੈ, ਠੀਕ ਹੈ, ਜਾਂ ਕੁਛ ਵੀ ਹੈ, ਤਾਂ ਉਹਦਾ ਸੈਂਟਰ ਆਫ ਮਾਸ ਕੀ ਹੋਏਗਾ? ਉਸਦੇ ਬਿਲਕੁਲ ਸੈਂਟਰ ਦੇ ਵਿੱਚ ਹੋਏਗਾ। ਬਟ ਇਹਦੇ ਤੋਂ ਇਲਾਵਾ ਜਿਵੇਂ ਕੋਈ ਹੋਰ ਬੋਡੀ ਹੋਏ ਜਿਹਦੀ ਇੱਕ ਸਾਈਡ 'ਤੇ ਹੈਵੀ ਪਾਰਟ ਹੋਵੇ, ਹੈ ਨਾ, ਇੱਕ ਸਾਈਡ ਤੋਂ ਲਾਈਟ ਹੋਵੇ, ਮੰਨ ਲਓ ਇੱਧਰ ਕੋਈ ਵੇਟ ਲੱਗਾ ਹੋਵੇ, ਫਿਰ ਜਿਹੜਾ ਹੈਵੀ ਪਾਰਟ ਹੋਏਗਾ, ਹੈਵੀ ਸਾਈਡ ਵਾਲਾ, ਸੈਂਟਰ ਆਫ ਮਾਸ ਉਹਦਾ ਉੱਧਰ ਨੂੰ ਸ਼ਿਫਟ ਕਰ ਜਾਏਗਾ। ਠੀਕ ਹੈ, ਮੰਨ ਲਓ ਇੱਕ ਰੋਡ ਹੈ ਮੇਰੇ ਕੋਲ, ਇੱਥੇ ਇੱਕ ਵੇਟ ਅਟੈਚਡ ਹੈ, ਫਿਰ ਇਹਦਾ ਸੈਂਟਰ ਆਫ ਮਾਸ ਸੈਂਟਰ 'ਚ ਨਹੀਂ, ਇਸ ਸਾਈਡ 'ਤੇ ਆ ਜਾਏਗਾ, ਸ਼ਿਫਟ ਹੋ ਜਾਏਗਾ ਇੱਧਰਲੀ ਸਾਈਡ, ਜਿਹੜੀ ਹੈਵੀ ਪਾਰਟ ਹੋਏਗਾ। ਇਹ ਹੈਗਾ ਸੈਂਟਰ ਆਫ ਮਾਸ ਦਾ ਕਨਸੈਪਟ। ਹੁਣ ਸੈਂਟਰ ਆਫ ਮਾਸ ਦਾ ਫਾਰਮੂਲਾ ਕੀ ਹੈ? RCM। CM ਦਾ ਮਤਲਬ ਸੈਂਟਰ ਮਾਸ, ਮਤਲਬ ਵੀ ਜੋ ਸੈਂਟਰ ਮਾਸ, ਦੇਖੋ ਇਹ ਸਾਨੂੰ ਆਲਮੋਸਟ ਡਾਇਗਰਾਮ ਅਸੀਂ ਬਣਾਉਣੀ ਹੈ ਜਦੋਂ ਵੀ ਕੋਈ ਕੁਐਸਚਨ ਸੈਂਟਰ ਮਾਸ ਵਾਲਾ ਸੋਲਵ ਕਰਨਾ। ਪਹਿਲਾਂ ਆਪਾਂ ਉਸਨੂੰ ਕਾਰਟੀਜ਼ਨ ਪਲੇਨ 'ਤੇ ਸ਼ੋ ਕਰਨਾ। ਹੁਣ ਸਭ ਤੋਂ ਪਹਿਲਾਂ ਕਹਿੰਦੇ ਜਸਟ ਐਗਜ਼ਾਮਪਲ, ਉਹ ਇੱਕ ਮਾਸ ਇੱਥੇ ਹੈ, ਕੋਈ ਬੋਡੀ ਹੈ, ਕਹਿੰਦੇ ਉਹ ਇੱਥੇ ਹੈ, ਇੱਕ ਬੋਡੀ ਇੱਥੇ ਹੈ M2, ਉਹਨਾਂ ਦਾ ਮਾਸ, ਇਹਦਾ ਮਾਸ ਹੈਗਾ M1, ਇਹਦਾ ਮਾਸ ਹੈਗਾ M2। ਉਹ ਓਰੀਜਨ ਤੋਂ ਕਿੰਨੀ ਦੂਰ ਨੇ? ਇਹਦਾ ਪੋਜੀਸ਼ਨ ਵੈਕਟਰ ਹੋ ਗਿਆ ਵੀ ਕਿੰਨੀ ਦੂਰ ਹੈ। ਦੇਖੋ ਇਹਦਾ ਡਿਸਟੈਂਸ ਕੀ ਹੋ ਗਿਆ? R1 ਮੰਨ ਲਿਆ, ਇਸਨੂੰ ਮੰਨ ਲਿਆ R2 ਵੈਕਟਰ। ਠੀਕ ਹੈ, ਹੁਣ ਅਗਰ ਇਹ ਦੋਨੋਂ ਸੇਮ ਨੇ, ਜਿਵੇਂ ਮੈਂ ਕਿਹਾ ਅਗਰ ਦੋਨੋਂ ਸੇਮ ਹੋਣਗੇ, ਯੂਨੀਫਾਰਮ ਹੋਣਗੇ, ਤਾਂ ਸੈਂਟਰ ਦੇ ਵਿੱਚ ਹੋਏਗਾ, ਅਤੇ ਦੋਨਾਂ ਦਾ ਸੈਂਟਰ ਆਫ ਮਾਸ ਕਿੱਥੇ ਆ ਜਾਏਗਾ? ਸੈਂਟਰ ਦੇ ਵਿੱਚ। ਇਸਨੂੰ C ਮੰਨ ਲਿਆ ਸੈਂਟਰ ਆਫ ਮਾਸ ਦਾ। ਹੁਣ ਕਹਿੰਦੇ ਇਹ ਜਿਹੜਾ ਸੈਂਟਰ ਆਫ ਮਾਸ ਹੈ ਇਹ ਅਸੀਂ ਕਿਵੇਂ ਪਤਾ ਕਰਨਾ ਹੈ? ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਹੋਏਗਾ ਮਾਸ, ਦੋਨਾਂ ਦਾ ਮਾਸ, ਜੋ ਵੀ ਅਸੀਂ ਆਬਜੈਕਟ ਲਏ ਨੇ, ਜੋ ਵੀ ਅਸੀਂ ਪਾਰਟੀਕਲਸ ਲਏ ਨੇ, ਮਾਸ 1 ਐਂਡ ਇਹਦਾ ਮਾਸ 2 ਇਨਟੂ ਇਹਦੀ ਪੋਜੀਸ਼ਨ, ਜਿਵੇਂ M1 ਇਨਟੂ ਕਿੰਨੀ ਦੂਰੀ 'ਤੇ ਵੀ ਓਰੀਜਨ ਤੋਂ R1 ਪਲੱਸ M2 ਫਿਰ ਉਸਦਾ R2 ਅਪੋਨ ਦੋਨਾਂ ਦੇ ਮਾਸ ਦਾ ਪਲੱਸ। ਠੀਕ ਹੈ, ਇਹ ਫਾਰਮੂਲਾ ਵੇਖਣ 'ਚ ਬਹੁਤ ਈਜ਼ੀ ਹੈ, ਬਸ ਸਟਾਰਟਿੰਗ ਦੇ ਵਿੱਚ ਤੁਸੀਂ ਇਹਦੇ ਵਿੱਚ ਕੁਛ ਦੋ ਕੁ ਕੁਐਸਚਨ ਕਰੋਗੇ, ਤੁਹਾਨੂੰ ਆਪ ਹੀ ਕਲੀਅਰ ਹੋ ਜਾਏਗਾ ਫਾਰਮੂਲਾ। ਅਤੇ ਅਗਰ ਮਾਸ ਜ਼ਿਆਦਾ ਦਿੱਤੇ ਹੋਣ, ਜਿਵੇਂ ਇੱਥੇ ਸਿਰਫ ਅਸੀਂ 2 ਆਬਜੈਕਟ ਲਏ ਨੇ, ਅਗਰ ਕਿਤੇ ਅਸੀਂ 4 ਆਬਜੈਕਟ ਲੈ ਲਈਏ ਉਸ ਤੋਂ ਜ਼ਿਆਦਾ, ਫਿਰ ਕੀ ਹੋਏਗਾ? ਇਹ ਫਾਰਮੂਲਾ ਅੱਗੇ M3 R3 ਪਲੱਸ M4 R4, ਹੈ ਨਾ, ਇਸ ਤਰੀਕੇ ਦੇ ਨਾਲ ਅੱਗੇ ਉਹ ਹੋ ਜਾਏਗਾ। ਹੁਣ ਫਸਟ ਕੁਐਸਚਨ ਕੀ ਹੈ? ਇਨ the HCl molecule the separation between the nuclei of 2 atoms is about 1.27 angstrom. Find location of center of mass of molecule chlorine atom is 35.5 times greater than hydrogen atom. HCl ਦਾ ਮੋਲੀਕਿਊਲ ਹੈ, ਉਹਦੇ ਵਿੱਚ ਇੱਕ ਹਾਈਡਰੋਜਨ ਐਟਮ ਹੈ, ਇੱਕ ਕਲੋਰੀਨ ਐਟਮ ਹੈ। ਕਲੋਰੀਨ ਐਟਮ ਕੀ ਹੈ? 35.5 ਟਾਈਮਸ, ਇੰਨੇ ਗੁਣਾ ਕੀ ਹੈ? ਵੱਧ ਹੈ ਹਾਈਡਰੋਜਨ ਐਟਮ ਤੋਂ। ਅਸੀਂ ਕੀ ਪਤਾ ਕਰਨਾ? ਦਾ ਸੈਂਟਰ ਆਫ ਮਾਸ। ਹੁਣ ਸਭ ਤੋਂ ਪਹਿਲਾਂ ਕਾਰਟੀਜ਼ਨ ਪਲੇਨ ਡਰਾ ਕੀਤਾ, ਉਹਦੇ ਵਿੱਚ ਐਕਸਿਸ 'ਤੇ ਲਵਾਂਗੇ ਹਾਈਡਰੋਜਨ, ਇੱਥੇ ਡਰਾ ਕਰ ਲਿਆ, ਕਲੋਰੀਨ ਇੱਥੇ ਡਰਾ ਕਰ ਲਿਆ। ਹੁਣ ਇਹ ਅਸੀਂ ਪਹਿਲਾਂ ਹੀ ਪੜ੍ਹ ਲਿਆ ਕਿ ਜਿਹੜਾ ਕਲੋਰੀਨ ਹੈ, ਜਿਹੜੀ ਚੀਜ਼ ਹੈਵੀ ਹੋਏਗੀ ਸੈਂਟਰ ਆਫ ਮਾਸ ਉੱਧਰ ਨੂੰ ਸ਼ਿਫਟ ਕਰ ਜਾਏਗਾ, ਤਾਂ ਸੈਂਟਰ ਆਫ ਮਾਸ ਇਹਦਾ ਇੱਧਰ ਨੂੰ ਆਉਣਾ ਚਾਹੀਦਾ ਔਰਲੀ ਅਗਰ ਦੇਖੀਏ। ਹੁਣ ਅਗਰ ਕੈਲਕੂਲੇਟ ਕਰਨਾ ਹੈ ਤਾਂ ਸਭ ਤੋਂ ਪਹਿਲਾਂ RCM ਦਾ ਫਾਰਮੂਲਾ ਦੇਖੋ, ਇਹ ਫਾਰਮੂਲਾ ਹੋ ਗਿਆ। ਹੁਣ ਸਾਨੂੰ ਚਾਹੀਦਾ ਕਿ ਇਹ ਮਾਸ ਚਾਹੀਦਾ ਅਤੇ ਇਹਦਾ ਪੋਜੀਸ਼ਨ ਵੈਕਟਰ ਚਾਹੀਦਾ ਹੈ। ਹੁਣ ਦੇਖੋ ਮਾਸ
मास तो दिता नहीं। हुण आपां मान लांगे भी मास ऑफ हाइड्रोजन कितना एक्स, क्लोरीन का कितना क्या भी एक्स, जो भी हाइड्रोजन का होएगा उहदे गुणा की होएगा 35.5। ये मिल गया सानू, भावें एक्स की फॉर्म च मिले, बस असीं एवें ही लिख लेना। हुण R1 असीं पोजीशन किवें पता करांगे। देखो जो हाइड्रोजन एटम है ओरीजन ते वे, हुण जो एक्स एक्सिस वाला पॉइंट हुंदा उहनूं असीं आई कैप बोलते हैं, जो वाई वाला हुंदा उहनूं जे कैप, तो जो जैड वाला हुंदा उहनूं के कैप। हुण देखो ये जीरो आई कैप तो जीरो जे कैप होएगा, क्योंकि ओरीजन ते वे, ओरीजन ते वाई तो जो एक्स है दोनों ही जीरो होंगे ने, तो की होएगा ये जीरो आई कैप प्लस जीरो जे कैप। हुण R2 जो कि क्लोरीन का, क्लोरीन का कितना होएगा देखो, उन्होंने क्या 1.27 इत्थे उन्होंने दिता सी एंगस्ट्रॉम, मतलब कि ओरीजन तो दा डिफरेंस कितना इत्थे तक 1.27 एंगस्ट्रॉम। मतलब फिर एक्स एक्सिस ते आ जाएगा भी, एक्स एक्सिस तो दूरी कितनी होगी यदि 1.27 आई कैप, ऊपर जे वाले च तो हैगा नहीं इहदा कोई भी पॉइंट, तो इत्थे की आएगा 0 जे कैप, एंगस्ट्रॉम एवें आ जाएगा। हुण बस इत्थे वैल्यू पुट कर देनी है। M1 की है एक्स, फिर R 0 + 0 0 ही हो जाएगा, प्लस देखो हुण M2 दूजे का मास कितना आया साढ़े कोल 35.5 एक्स लिखता, इंटू R2 कितना साढ़े कोल 1.27 आई कैप, जीरो कैप तो है ही नहीं, 1.27 आई कैप एंगस्ट्रॉम लिखना है, इनू भुल नहीं जाना। ठीक है, हुण नीचे देखो मास 1 तो मास 2, ਇਹਦਾ मास कितना सी एक्स, ਇਹਦਾ मास कितना सी 35.5, दोनों ਨੂੰ प्लस किया 36.5 एक्स, इन्हों ये तो जीरो ही हो गया, ये कितना बच गया साढ़े को जो मल्टीप्लाई की 45.085 एक्स डॉट आई कैप मल्टीप्लाई आई कैप, एक्स नाल एक्स कैंसल हो गया, कितना बच गया 45.085 आई कैप अपॉन 36.5 एंगस्ट्रॉम, किदे इक्वल आ गया जो दोनों डिवाइड किया 1.24 आई कैप, जे कैप हैगी नहीं सी प्लस 0 जे कैप, या ना भी लिखोगे 1.24 आई कैप, आंसर आ गया एंड ते की आ जाएगा एंगस्ट्रॉम। इस तरीके नाल असीं सारे क्वेश्चनस नू सॉल्व करना है। सो दिस वॉज द फर्स्ट कॉन्सैप्ट ऑफ द चैप्टर 7 सिस्टम ऑफ पार्टिकल्स एंड रोटेशन मोशन द सेंटर ऑफ मास। In the next video we will discuss about the torque. Thank you.